गुड मॉर्निंग स्टूडेंट्स। आज आप अपनी ग्रामर ਦੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਟੌਪਿਕ ਯੋਜਕ ਦਾ ਪ੍ਰਸ਼ਨ ਕਰਾਂਗੇ। ਯੋਜਕ ਬੇਟਾ ਤੁਸੀਂ ਇੰਗਲਿਸ਼ ਦੇ ਵਿੱਚ ਤੁਸੀਂ ਯੋਜਕ ਕੰਜੰਕਸ਼ਨ ਦੇ ਰੂਪ ਵਿੱਚ ਕਰਦੇ ਹੋ। ਪਤਾ ਹੈ ਨਾ ਬੇਟਾ, ਤੁਸੀਂ ਜਦੋਂ ਇੰਗਲਿਸ਼ ਦੇ ਵਿੱਚ ਕੰਜੰਕਸ਼ਨ ਕਰਦੇ ਹੋ ਪੰਜਾਬੀ ਦੇ ਵਿੱਚ ਉਹਨੂੰ ਯੋਜਕ ਕਹਿੰਦੇ ਹਨ। ਕਲੀਅਰ ਬੱਚੇ? ਸੋ ਸਭ ਤੋਂ ਪਹਿਲਾਂ ਆਪਾਂ ਯੋਜਕ ਦੀ ਪਰਿਭਾਸ਼ਾ ਕਰਾਂਗੇ। ਸਾਰੇ ਬੱਚਿਆਂ ਨੇ ਪਰਿਭਾਸ਼ਾ ਨੂੰ ਧਿਆਨ ਨਾਲ ਪੜ੍ਹਨਾ ਵੀ ਹੈ ਔਰ ਸੁਣਨਾ ਵੀ। ਜਿਹੜੇ ਸ਼ਬਦ ਦੋ ਸ਼ਬਦਾਂ, ਦੋ ਵਾਕੰਸ਼ਾਂ ਜਾਂ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ, ਦੋ ਸ਼ਬਦ ਰਾਮ ਅਤੇ ਸ਼ਾਮ, ਦੋ ਵਾਕੰਸ਼, ਉਹ ਖੇਡਦਾ ਹੈ ਪੜ੍ਹਦਾ ਵੀ ਹੈ, ਉਹ ਖੇਡਦਾ ਹੈ ਅਤੇ ਪੜ੍ਹਦਾ ਵੀ ਹੈ। ਦੋ ਵਾਕ, ਰਾਮ ਪੜ੍ਹਦਾ ਹੈ, ਸ਼ਾਮ ਖੇਡਦਾ ਹੈ। ਦੋ ਅਲੱਗ-ਅਲੱਗ ਵਾਕ ਹੋ ਗਏ ਨਾ, ਦੋਨਾਂ ਨੂੰ ਜੋੜਦਾ ਕੌਣ ਆ? ਯੋਜਕ। ਅਤੇ ਤੇ ਲਗਾ ਕੇ ਆਪਸ ਵਿੱਚ ਜੋੜਨ, ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ। ਦੁਬਾਰਾ ਫਿਰ ਬੇਟਾ ਜੀ ਮੈਂ ਡੈਫੀਨੇਸ਼ਨ ਇਹਦੀ ਬੋਲਣ ਲੱਗੀ ਆ। ਜਿਹੜੇ ਸ਼ਬਦ ਦੋ ਸ਼ਬਦਾਂ, ਦੋ ਵਾਕੰਸ਼ਾਂ ਜਾਂ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ। ਯੋਜਕ ਬੇਟਾ ਜੀ ਦੋ ਪ੍ਰਕਾਰ ਦੇ ਹੁੰਦੇ ਆ, ਸਮਾਨ ਯੋਜਕ, ਦੂਜਾ ਹੈ ਅਧੀਨ ਯੋਜਕ। ਪਹਿਲਾਂ ਆਪਾਂ ਇਹਦੀ ਜਿਹੜੀ ਫਰਸਟ ਹੈਗਾ ਆ ਟਾਈਪ ਸਮਾਨ ਯੋਜਕ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਇਹਦੀ ਡੈਫੀਨੇਸ਼ਨ ਦੇਖੋ। ਜਿਹੜੇ ਯੋਜਕ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜਨ ਤੇ ਸੰਯੁਕਤ ਵਾਕ ਬਣਾਉਣ, ਉਹ ਸਮਾਨ ਯੋਜਕ ਹੁੰਦੇ ਹਨ। ਸੁਤੰਤਰ ਵਾਕ ਕਿਹੜੇ ਹੁੰਦੇ ਆ? ਜਿਹੜੇ ਆਪਣੇ ਆਪ ਵਿੱਚ ਪੂਰਨ ਹੁੰਦੇ ਆ, ਜਿਹੜੇ ਬਿਲਕੁਲ ਹੀ ਕੰਪਲੀਟ ਵਾਕ ਹੁੰਦੇ ਆ। ਜਿਵੇਂ ਰਾਜ ਫੋਰ ਐਗਜ਼ਾਮਪਲ, ਰਮਨ ਪੜ ਰਿਹਾ ਹੈ, ਸੁਖਮਨ ਪੜ ਰਿਹਾ ਹੈ। ਇਹ ਦੋਨੋਂ ਹੀ ਹੈ ਤਾਂ ਆਪਾਂ ਇਹਨਾਂ ਨੂੰ ਜੋੜਾਂਗੇ, ਰਮਨ ਅਤੇ ਸੁਖਮਨ ਪੜ ਰਹੇ ਹਨ। ਕਲੀਅਰ ਹੋ ਗਿਆ? ਦੋਨੋਂ ਹੀ ਜਿਹੜੇ ਇਹ ਵਾਕ ਨੇ ਆਪਣੇ ਆਪ ਵਿੱਚ ਪੂਰਨ ਨੇ ਔਰ ਦੋਨਾਂ ਨੂੰ ਜੋੜ ਕੇ ਇੱਕ ਸੰਯੁਕਤ ਵਾਕ ਬਣਾਇਆ। ਸੰਯੁਕਤ ਹੁੰਦਾ ਆ ਦੋ ਵਾਕਾਂ ਨੂੰ ਜੋੜ ਕੇ ਇੱਕ ਵਾਕ ਬਣਾਉਣਾ। ਆਈ ਥਿੰਕ ਸਭ ਨੂੰ ਕਲੀਅਰ ਹੋ ਗਈ ਡੈਫੀਨੇਸ਼ਨ। ਇਹ ਜਿਹੜੇ ਸ਼ਬਦ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਇੱਕ ਸੁਤੰਤਰ ਵਾਕ ਬਣਾਉਣ, ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਹਨ। ਜਿਵੇਂ ਅਤੇ, ਸਗੋਂ, ਭਾਵੇਂ, ਤੇ, ਇਸ ਕਰਕੇ, ਬਲਕਿ ਆਦਿ। ਹੁਣ ਨੀਚੇ ਦੇਖੋ ਐਗਜ਼ਾਮਪਲਸ ਦਿੱਤੀਆਂ ਹੋਈਆਂ। ਰਾਜਦੀਪ ਅਤੇ ਸੁਖਜੀਤ ਪੜ ਰਹੇ ਹਨ। ਰਾਜਦੀਪ ਪੜ ਰਿਹਾ ਹੈ, ਸੁਖਜੀਤ ਪੜ ਰਿਹਾ ਹੈ। ਦੋਨਾਂ ਨੂੰ ਸੰਯੋਜਕ ਲਗਾ ਕੇ ਜੋੜ ਦਿੱਤਾ ਤੇ ਇੱਕ ਸੰਯੁਕਤ ਵਾਕ ਬਣਾਇਆ। ਉਹ ਬਿਹਾਰੀ ਚੰਗਾ ਨਹੀਂ, ਇਸ ਲਈ ਮੈਂ ਉਧਾਰ ਨਹੀਂ ਦਿੱਤਾ। ਬਿਹਾਰੀ ਮੀਨਸ ਉਹਦਾ ਜਿਹੜਾ ਵਿਵਹਾਰ ਹੈ, ਜੋ ਉਹਦਾ ਲੈਣ ਦੇਣ ਹੈ, ਉਹ ਬਿਲਕੁਲ ਚੰਗਾ ਨਹੀਂ, ਇਸ ਲਈ ਮੈਂ ਉਸਨੂੰ ਉਧਾਰ ਨਹੀਂ ਦਿੱਤਾ। ਭਾਵ ਉਹ ਕਦੇ ਵੀ ਕਿਸੇ ਦੇ ਲਏ ਹੋਏ ਪੈਸੇ ਜਲਦੀ ਵਾਪਸ ਨਹੀਂ ਕਰਦਾ, ਇਸ ਲਈ ਲੋਕਾਂ ਨਾਲ ਉਹਦਾ ਲੈਣ ਦੇਣ ਠੀਕ ਨਹੀਂ ਹੈ ਤਾਂ ਮੈਂ ਉਸਨੂੰ ਉਧਾਰ ਨਹੀਂ ਦਿੱਤਾ। ਹੁਣ ਇਹ ਵੀ ਦੇਖੋ, ਦੋ ਆਪਣੇ ਆਪ ਵਿੱਚ ਪੂਰਨ ਤੇ ਇੱਕ ਸਮਾਨ ਵਾਕ ਹਨ। ਪਹਿਲਾ ਕੀ ਆ? ਉਹ ਬਿਹਾਰੀ ਠੀਕ ਨਹੀਂ ਹੈ, ਠੀਕ ਹੈ। ਦੂਜਾ ਕੀ ਆ? ਮੈਂ ਉਸਨੂੰ ਉਧਾਰ ਨਹੀਂ ਦਿੱਤਾ। ਹੁਣ ਦੋਨਾਂ ਨੂੰ ਜੋੜਿਆ ਕਾਹਦੇ ਨਾਲ ਆ? ਇਸ ਲਈ। ਇਸ ਲਈ ਕੀ ਆ? ਸਮਾਨ ਯੋਜਕ। ਉਹ ਬਿਹਾਰੀ ਚੰਗਾ ਨਹੀਂ, ਇਸ ਲਈ ਮੈਂ ਉਧਾਰ ਨਹੀਂ ਦਿੱਤਾ। ਦੋ ਸੁਤੰਤਰ ਤੇ ਸਮਾਨ ਵਾਕਾਂ ਨੂੰ ਸੰਯੁਕਤ ਵਾਕ ਬਣਾ ਕੇ ਇੱਕ ਨਵਾਂ ਵਾਕ ਬਣਾਇਆ ਹੈ। ਅਗਲਾ ਹੈ, ਮਹੇਸ਼ ਤੇ ਸੁਰੇਸ਼ ਦੋਵੇਂ ਪੱਕੇ ਮਿੱਤਰ ਹਨ। ਮਹੇਸ਼ ਸੁਰੇਸ਼ ਦਾ ਪੱਕਾ ਮਿੱਤਰ ਹੈ, ਸੁਰੇਸ਼ ਮਹੇਸ਼ ਦਾ ਪੱਕਾ ਮਿੱਤਰ ਹੈ। ਦੋਨੋਂ ਹੀ ਵਾਕ ਆਪਣੇ ਆਪ ਵਿੱਚ ਪੂਰਨ ਨੇ, ਦੋਨੋਂ ਹੀ ਇੱਕ ਸਮਾਨ ਨੇ, ਤਾਂ ਦੋਨਾਂ ਨੂੰ ਕਾਹਦੇ ਨਾਲ ਜੋੜਿਆ ਗਿਆ? ਤੇ
ते किया योजक। ठीक है जी। महेश ते सुरेश दोवें पक्के मित्र हन। ये की सीगा अपना समान योजक। जो शब्द दो सुतंतर ਅਤੇ समान वाकां ਨੂੰ जोड़ के एक सुतंतर वाक संयुक्त वाक बनाउण उस ਨੂੰ समान योजक कहते हैं। दूसरी टाइप सीगी बेटा जी एदी अधीन योजक। पहला आपां ने कीती समान योजक, दूसरी हैगी आ अधीन योजक। ਜਿਹੜੇ शब्द एक प्रधान उपवाक ਦੇ अधीन उपवाकां ਨੂੰ आपस ਵਿੱਚ जोड़न ਦਾ ਕੰਮ ਕਰਨ ਉਹਨਾਂ ਨੂੰ अधीन योजक आखदे ਹਨ। ਹੁਣ अधीन वाक ਕਿਹੜਾ ਹੁੰਦਾ ਆ? ਜਿਹੜਾ ਸਬਜੈਕਟ ਤੇ ਡਿਪੈਂਡ ਕਰਦਾ ਹੁੰਦਾ। ਤੁਸੀਂ ਕਰਦੇ ਹੋ ਨਾ ਸਬਜੈਕਟ ਆਬਜੈਕਟ ਇੰਗਲਿਸ਼ ਦੇ ਵਿੱਚ ਵੀ। ਹੁਣ ਜਿਹੜਾ ਵਾਕੰਸ਼ ਸਬਜੈਕਟ ਤੇ ਡਿਪੈਂਡ ਕਰਦਾ ਉਹਨੂੰ ਕੀ ਕਹਿੰਦੇ ਆ? अधीन उपवाक, अधीन योजक। ਹੁਣ ਇਹਦੇ ਵਿੱਚ ਦੇਖੋ ਜਿਵੇਂ ਹੁਣ ਤੁਹਾਨੂੰ ਮੈਂ ਇੱਕ ਇੱਥੇ ਵਾਕ ਬੋਲਦੀ ਹੈਗੀ ਆ, ਤੁਸੀਂ ਉਹਦੇ ਵਿੱਚੋਂ ਖੁਦ ਵੀ ਸਰਚ ਕਰਨ ਦੀ ਕੋਸ਼ਿਸ਼ ਕਰਨੀ ਆ। ਜਿਵੇਂ ਤੁਹਾਨੂੰ ਬੁੱਕ ਦੇ ਵਿੱਚ ਵੀ ਦਿੱਤਾ ਹੋਇਆ ਆ, ਮੋਹਨ ਇੰਨੀ ਜ਼ੋਰ ਦੀ ਚੀਕਿਆ ਕਿ ਸਾਰੇ ਡਰ ਗਏ। ਸਾਰੇ ਕਿਉਂ ਡਰ ਗਏ? ਇਹ ਕੀ ਆ ਗਿਆ? अधीन योजक, अधीन उपवाक। क्योंकि सानू नहीं पता सारे क्यों डर गए। मोहन इन्नी जोर दी चीखिया, एक ही आ गया सब्जेक्ट। हुण जिहड़ा अधीन योजक है अधीन उपवाक है, वो किते डिपेंड करदा? मोहन दे चीकन ते। ओदे चीकन दी आवाज सुन के ही सारे डर गए। समझ लगी बेटा जी कि जिहड़ा शब्द अधीन प्रधान उपवाक ਦੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜੇ। ਹੁਣ ਦੇਖੋ ਉਹ ਇੰਨੀ ਜ਼ੋਰ ਦੀ ਡਿੱਗਿਆ ਤਾਂ ਇਹਨੂੰ ਕਿਹਦੇ ਨਾਲ ਜੋੜਿਆ ਗਿਆ? ਕੇ ਲਗਾ ਕੇ। ਕੇ ਕੀ ਆ? ਅਧੀਨ ਯੋਜਕ। ਸਾਰੇ ਡਰ ਗਏ। ਮੈਨੂੰ ਇੰਨੀ ਭੁੱਖ ਲੱਗੀ ਸੀ ਕਿ ਮੈਂ 4 ਰੋਟੀਆਂ ਖਾ ਲਈਆਂ। 4 ਰੋਟੀਆਂ ਖਾ ਲਈਆਂ। ਕਿਉਂ ਖਾ ਲਈਆਂ? ਕਿਉਂਕਿ ਮੈਨੂੰ ਭੁੱਖ ਲੱਗੀ ਸੀ। ठीक है। सब्जेक्ट की आ गया? मैनू भुख लगी सी। अधीन की आ गया? ਇਹਦੇ ਵਿੱਚ ऑब्जेक्ट की आ गया? 4 रोटियां खा लेना। इन्हां दोनों ਨੂੰ अधीन योजक ने के लगा के एक ਜਿਹੜਾ ਨਵਾਂ ਵਾਕ ਬਣਾਇਆ ਹੈ। ਹੁਣ ਤੁਸੀਂ ਦੇਖੋ ਜਿਵੇਂ ਕਿਉਂਕਿ ਅਤੇ ਚਾਹੇ ਫਿਰ ਵੀ ਤਾਂ ਜੋ ਤਾਂ ਹੀ ਆਦਿ मीन्स ਇਹਦੇ ਵਿੱਚ ਇਹ ਜਿਹੜੀਆਂ ਕੰਜੰਕਸ਼ਨਸ ਨੇ ਇਹ ਲੱਗੀਆਂ ਹੋਣਗੀਆਂ, ਇਹ ਵਾਲੇ ਯੋਜਕ ਲੱਗੇ ਹੋਣਗੇ। ਪਹਿਲੀ ਹੈ ਐਗਜ਼ਾਮਪਲ ਇਹਦੇ ਵਿੱਚ ਦਿੱਤੀ ਹੋਈ, ਉਹ ਇੰਨੀ ਜ਼ੋਰ ਦੀ ਡਿੱਗਿਆ ਕਿ ਸਾਰੇ ਡਰ ਗਏ। ਇਹਦੇ ਵਿੱਚ ਅਧੀਨ ਯੋਜਕ ਕਿਹੜਾ ਆ ਗਿਆ? ਕੇ। ਇਹ ਉਹੀ ਥਾਂ ਹੈ ਜਿੱਥੋਂ ਸੋਨਾ ਮਿਲਿਆ ਸੀ। ਇਹ ਵੀ ਹੁਣ ਦੇਖੋ ਇਸ ਵਾਕ ਦੇ ਵਿੱਚ ਦੋ ਅਲੱਗ-ਅਲੱਗ ਆ। ਇਹ ਉਹੀ ਥਾਂ ਹੈ ਇੱਥੋਂ ਸੋਨਾ ਮਿਲਿਆ ਸੀ। ਦੋਨਾਂ ਅਲੱਗ ਨੂੰ ਜੋੜਿਆ ਕਿਹਦੇ ਨਾਲ ਆ? ਜਿੱਥੇ। ਇਹ ਉਹੀ ਥਾਂ ਹੈ ਜਿੱਥੇ ਸੋਨਾ ਮਿਲਿਆ ਸੀ। ਜਿੱਥੇ ਲਾ ਕੇ ਕੀ ਆ ਗਿਆ? ਅਧੀਨ ਯੋਜਕ ਲਾ ਕੇ ਇੱਕ ਸੰਯੁਕਤ ਵਾਕ ਬਣਾਇਆ ਗਿਆ। ਰਵਿੰਦਰ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਹੁਣ ਇੱਥੇ ਉਹ ਬਿਮਾਰ ਹੈ, ਉਹ ਸਕੂਲ ਨਹੀਂ ਆਇਆ। क्यों नहीं आया? क्योंकि वो बीमार है। हुण इहदे विच रविंदर स्कूल नहीं आया, ऑब्जेक्ट हो गया, सब्जेक्ट हो गया, वो बीमार है। दोनों नू किस दे नाल जोड़िया गया? क्योंकि अधीन योजक लगा के। क्लियर हो गया? तो वो एक जिहड़ा वाक बनाया गया, रविंदर स्कूल नहीं आया क्योंकि वो बीमार है। तो इन्हां दे विच के, जिथे, क्योंकि जिहड़े शब्द ने ਇਹ अधीन योजक वरते गए हैं। पहला आपां ने कीती सीगी बेटा जी योजक दी डेफिनेशन। योजक दे विच असीं कीता सीगा ਉਹ शब्द दो जो दो समान वाकां, दो शब्दां, दो वाकंशां ਨੂੰ आपस ਵਿੱਚ जोड़न ਦਾ ਕੰਮ ਕਰਨ, ਉਹਨਾਂ ਨੂੰ ਅਸੀਂ योजक कंजक्शन कहंदे हां।
योजक दो प्रकार दे ने, समान योजक, अधीन योजक। समान योजक दे विच असीं कीता सी जेड़े शब्द दो समान वाकंशां उपवाकां ਅਤੇ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਹਨ। ਜਿਵੇਂ ਰਾਮ ਅਤੇ ਸ਼ਾਮ ਦੋਵੇਂ ਪੱਕੇ ਦੋਸਤ ਹਨ, ਰੋਹਨ ਅਤੇ ਸੋਹਨ ਪੜ ਰਹੇ ਹਨ, ਇਹ ਕੀ ਹੈ ਗਿਆ ਸਮਾਨ ਯੋਜਕ। ਫਿਰ ਅਗਲਾ ਆਪਾਂ ਨੇ ਲਾਸਟ ਵਿੱਚ ਪੜਿਆ ਸੈਕਿੰਡ ਟਾਈਪ ਅਧੀਨ ਯੋਜਕ। ਜਿਹੜੇ ਸ਼ਬਦ ਇੱਕ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ ਉਹਨਾਂ ਨੂੰ ਅਧੀਨ ਯੋਜਕ ਕਹਿੰਦੇ ਹਨ। ਜਿਵੇਂ ਉਹ ਇੰਨੀ ਜ਼ੋਰ ਦੀ ਡਿੱਗਿਆ ਕਿ ਸਾਰੇ ਡਰ ਗਏ। ਮੈਨੂੰ ਬਹੁਤ ਭੁੱਖ ਲੱਗੀ ਸੀ ਇਸ ਲਈ ਮੈਂ 4 ਰੋਟੀਆਂ ਖਾਧੀਆਂ। ਠੀਕ ਹੈ ਜੀ ਬੇਟਾ, ਇਹ ਸੀਗੇ ਆਪਣਾ ਯੋਜਕ ਦਾ ਪ੍ਰਸ਼ਨ। ਤੁਸੀਂ ਸਾਰਿਆਂ ਨੇ ਇਸ ਨੂੰ ਆਪਣੀ ਗ੍ਰਾਮਰ ਦੀ ਬੁੱਕ ਤੋਂ ਧਿਆਨ ਦੇ ਨਾਲ ਪੜ੍ਹਨਾ ਹੈ ਤੇ ਪੜ੍ਹ ਕੇ ਇਹਦੀ ਐਕਸਰਸਾਈਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। थैंक यू वेरी मच बेटा जी।